ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਤੇ ਸਚ। ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਨਾਨਕ ਨਾਮ ਨਿਦਾਨ ਹੈ ਗੁਰਮੁਖ ਪਾਇਆ ਜਾਏ। ਮਨ ਮੁਖ ਕਰ ਹੁੰਦੀ ਵਥ ਨ ਜਾਣਨੀ ਅੰਧੇ ਭੋਕ ਮੁਏ ਬਿਨ ਲਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੈ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੇ ਪਾਇਤ ਦੁਖ ਲਗਾ ਮਰ ਜੰਮੈ ਆਵੇ ਜਾਏ। ਬਿਨ ਸਤਿਗੁਰ ਸੇਵੈ ਜਗਤ ਮੁਆ ਬਿਰਥਾ ਜਨਮ ਗਵਾਏ। ਦੂਜੇ ਭਾਇਤ ਦੁਖ ਲਗਾ ਮਰ ਜੰਮੇ ਆਵੇ ਜਾਏ। ਵਿਸ਼ਟਾ ਅੰਦਰ ਵਾਸ ਹੈ ਫਿਰ ਜੋਨੀ ਪਾਏ। ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਛਤਾਏ। ਰਿਸ਼ਤਾ ਅੰਦਰ ਵਾਸ ਹੈ ਫਿਰ ਜੋਨੀ ਪਾਏ। ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਛਤਾਏ। ਅੰਤ ਗਿਆ ਪਛਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨ ਧੰਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼ਲੋਕ ਸ਼ਬਦ ਦੁਆਰਾ 591 ਅੰਗ 'ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਸਮਝਾ ਰਹੇ ਨੇ। ਬਿਨ ਸਤਿਗੁਰੂ ਸੇਵੈ ਜਗਤ ਮੁਆ ਬਿਰਥਾ ਜਨਮ ਗਵਾਏ। ਪ੍ਰਭੂ ਦੇ ਸਿਮਰਨ ਤੋਂ ਬਿਨਾਂ ਸਾਰਾ ਹੀ ਸੰਸਾਰ 'ਤੇ ਜਨਮ ਲੈ ਰਿਹਾ ਹੈ, ਮਰ ਰਿਹਾ ਹੈ, ਜੰਮ ਰਿਹਾ ਹੈ। ਜੀਵਨ ਵਿਅਰਥ ਸੰਸਾਰ 'ਤੇ ਜਨਮ ਵਿਅਰਥ ਗਵਾ ਕੇ ਮਨੁੱਖ ਸੰਸਾਰ ਤੋਂ ਜਾ ਰਹੇ ਨੇ। ਪ੍ਰਭੂ ਦੇ ਸਿਮਰਨ ਤੋਂ ਬਿਨਾਂ ਜੀਵਨ ਅਧੂਰਾ ਹੈ, ਜੀਵਨ ਸਫਲ ਨਹੀਂ ਹੋ ਸਕਦਾ। ਸਤਿਗੁਰੂ ਜੀ ਪ੍ਰਮਾਣ ਕਰਦੇ ਨੇ। ਦੂਜੇ ਭਾਏ ਦੁੱਖ ਲਗਾ ਮਰ ਜੰਮੇ ਆਵੇ ਜਾਏ। ਇੱਕ ਭਾਵ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ। ਪਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਕੇ ਸਾਰਾ ਜੋ ਭਾਵ ਹੈ, ਦੂਜਾ ਭਾਵ ਹੈ ਚਾਹੇ ਮਾਇਆ, ਪਦਾਰਥ, ਵਸਤੂਆਂ, ਪਰਿਵਾਰ, ਗ੍ਰਸਤ ਜੀਵਨ, ਜਿਤਨੇ ਵੀ ਸਾਡੇ ਵਿਵਹਾਰ ਨੇ ਪ੍ਰਭੂ ਦੇ ਨਾਮ ਤੋਂ ਬਿਨਾਂ, ਪ੍ਰਭੂ ਦੀ ਯਾਦ ਤੋਂ ਬਿਨਾਂ ਉਹ ਸਭ ਦੂਜੇ ਭਾਵ ਵਿੱਚ ਆਉਂਦੇ ਨੇ। ਸਤਿਗੁਰੂ ਕਹਿੰਦੇ ਨੇ, ਹੇ ਜੀਵ, ਦੂਜੇ ਭਾਵਨਾ ਵਿੱਚ ਜੀਵ
ਦੁੱਖ ਹੀ ਦੁੱਖ ਨੇ, ਪਰਮਾਤਮਾ ਦੇ ਸਿਮਰਨ ਸੁੱਖ ਨੇ, ਅਤੇ ਪ੍ਰਭੂ ਤੋਂ ਵਿਛੜ ਕੇ ਦੁੱਖ ਹੀ ਦੁੱਖ ਨੇ। ਸਤਿਗੁਰੂ ਕਹਿੰਦੇ ਜੰਮੇ ਆਵੇ ਜਾਏ, ਸੰਸਾਰ 'ਤੇ ਜੀਵ ਜਨਮ ਲਏਗਾ, ਫਿਰ ਸੰਸਾਰ ਨੂੰ ਛੱਡ ਕੇ ਜਾਏਗਾ। ਇਹ 84 ਲੱਖ ਜੋਨਾਂ ਜੀਵ ਪਿਆ ਰਹੇਗਾ ਜਦ ਤੱਕ ਜੀਵ ਪਰਮਾਤਮਾ ਇੱਕ ਪਰਮਾਤਮਾ ਨੂੰ ਪ੍ਰੇਮ ਨਹੀਂ ਕਰੇਗਾ। ਵਿਸ਼ਟਾ ਅੰਦਰ ਵਾਸ ਹੈ, ਫਿਰ ਜੋਨੀ ਪਾਏ। ਸਤਿਗੁਰੂ ਕਹਿੰਦੇ ਨੇ ਉਸ ਜੀਵ ਦਾ ਜਨਮ ਇਸ ਤਰ੍ਹਾਂ ਜਾਣੋ, ਜਿਸ ਤਰ੍ਹਾਂ ਵਿਸ਼ਟਾ ਗੰਦਗੀ ਦੇ ਅੰਦਰ ਉਸ ਦਾ ਜਨਮ ਹੋਇਆ ਅਤੇ ਫਿਰ ਉਸੇ ਦੇ ਚੁਸਤਾ ਅੰਤ ਹੋ ਗਿਆ। ਵਾਰ ਵਾਰ ਜਨਮ ਲਏਗਾ, ਵਾਰ ਵਾਰ ਸੰਸਾਰ 'ਤੇ ਉਸ ਦਾ ਮਰਨਾ ਹੋਏਗਾ ਅਤੇ ਜੀਵਨ ਵਿਰਥ ਚਲਾ ਜਾਏਗਾ। ਨਾਨਕ ਬਿਨ ਨਾਵੇਂ ਜਮ ਮਾਰਸੀ, ਅੰਤ ਗਿਆ ਪਛਤਾਏ। ਸਤਿਗੁਰੂ ਫਰਮਾਨ ਕਰਦੇ ਨੇ ਕਿ ਹੇ ਜੀਵ ਪ੍ਰਾਣੀ, ਪ੍ਰਭੂ ਦੇ ਨਾਮ ਤੋਂ ਬਿਨਾਂ ਜਮਾਂ ਨੇ ਜੀਵ ਤੈਨੂੰ ਮਾਰਨਾ ਹੈ, ਸਜ਼ਾ ਦੇਣੀ ਹੈ, ਤੇਰੇ ਜੀਵਨ ਦੇ ਖੇਲ ਨੂੰ ਖਤਮ ਕਰ ਦੇਣਾ ਹੈ ਜਮਾਂ ਨੇ। ਫਿਰ ਜੀਵ ਅੰਤ ਵੇਲੇ ਤੂੰ ਪਛਤਾਏਂਗਾ ਕਿ ਮੈਂ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ ਹੈ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ, ਸੇਵਾ ਤੋਂ ਬਿਨਾਂ, ਪ੍ਰਭੂ ਦੀ ਯਾਦ ਤੋਂ ਬਿਨਾਂ ਜਿਤਨਾ ਵੀ ਸਾਡਾ ਜੀਵਨ ਹੈ, ਸਵਾਸ ਨੇ, ਇਹ ਵਿਅਰਥ ਨੇ, ਕਿਸੇ ਵੀ ਕੰਮ ਨਹੀਂ ਆਉਣੇ। ਜਿਸ ਪਲ, ਜਿਸ ਘੜੀ, ਜਿਸ ਸਵਾਸ ਵਿੱਚ ਪਰਮਾਤਮਾ ਦੀ ਯਾਦ ਹੈ, ਉਹੀ ਸਾਡਾ ਸਮਾਂ ਪ੍ਰਭੂ ਦੇ ਚਰਨਾਂ 'ਚ ਪ੍ਰਵਾਨ ਹੈ, ਕਿਉਂਕਿ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਦਾਤ ਮਿਲੇਗੀ। ਦੂਜਾ ਭਾਵ ਜੋ ਹੈ, ਦੂਜੇ ਭਾਏ ਜੋ ਸਾਡੇ ਹਿਰਦੇ ਵਿੱਚ ਪਿਆ ਹੋਇਆ ਹੈ, ਇਹ ਦੂਰ ਹੋਏਗਾ ਗੁਰੂ ਦੀ ਕਿਰਪਾ ਦੇ ਨਾਲ, ਅਤੇ ਪਰਮਾਤਮਾ ਨਾਲ ਸਾਡਾ ਪ੍ਰੇਮ ਬਣੇਗਾ। ਕਿਉਂਕਿ ਸੰਸਾਰ ਵਿੱਚ ਜੁੜ ਕੇ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਮਨੁੱਖ ਭੁੱਲਾਂ ਕਰਦਾ ਹੈ, ਗਲਤੀਆਂ ਕਰਦਾ ਹੈ, ਫਿਰ ਉਸ ਕਰਕੇ ਉਸ ਨੂੰ ਮਨੁੱਖ ਨੂੰ ਫਿਰ ਜਨਮ ਲੈਣਾ ਪੈਂਦਾ ਹੈ ਸੰਸਾਰ 'ਤੇ 84 ਲੱਖ ਜੋਨਾਂ ਵਿੱਚ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਜੀ ਜੀਵਾਂ ਨੂੰ ਤਾਰਦੇ ਹੋਏ, ਸੰਸਾਰ 'ਚ ਵਿਚਰਦੇ ਹੋਏ ਸਰਸੇ ਦੀ ਧਰਤੀ 'ਤੇ ਆਏ ਨੇ। ਇੱਥੇ ਪੀਰਾਂ ਦਾ ਬੜਾ ਬੋਲਬਾਲਾ ਸੀ। ਲੋਕ ਪੀਰਾਂ ਦੇ ਪਿੱਛੇ ਲੱਗ ਕੇ ਉੱਥੇ ਮੇਲੇ ਲਾਉਂਦੇ ਸਨ ਅਤੇ ਬਹੁਤ ਸਾਰੇ ਲੋਕ ਆਉਂਦੇ ਸਨ ਉਹਨਾਂ ਦੀ ਕਰਮ ਮਾਤਾ ਦੇਖਣ ਵਾਸਤੇ। ਅਤੇ ਜੋ ਸਭ ਤੋਂ ਵੱਧ ਕਰਮਾਤੀ ਹੁੰਦਾ ਸੀ, ਉਹਦੇ ਹੋਰ ਵਾਧੂ ਚੇਲੇ ਹੁੰਦੇ ਸਨ। ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਜੀ ਮੱਤੇ ਮਰਦਾਨਾ ਸਤਿਗੁਰੂ ਜਦੋਂ ਆਏ ਨੇ, ਕੀ ਦੇਖਦੇ ਨੇ ਮੇਲਾ ਲੱਗਿਆ ਹੋਇਆ ਹੈ, ਬਹੁਤ ਸਾਰੇ ਲੋਕ ਉਹਨਾਂ ਪੀਰਾਂ ਕੋਲ ਬੈਠੇ ਹੋਏ ਨੇ, ਅਤੇ ਸਤਿਗੁਰੂ ਜੀ ਮਰਦਾਨੇ ਨੂੰ ਕਹਿਣ ਲੱਗੇ, ਬੋਲ ਭਈ ਮਰਦਾਨਿਆਂ, ਰਬਾਬ ਨੂੰ ਛੇੜ, ਅਸੀਂ ਆਪਾਂ ਨੇ ਪਰਮਾਤਮਾ ਦੀ ਬਾਣੀ ਨੂੰ ਗਾਇਨ ਕਰੀਏ। ਸਤਿਗੁਰੂ ਜੀ ਨੇ ਜਦੋਂ ਸ਼ਬਦ ਉਚਾਰਨ ਕੀਤਾ ਹੈ, ਕਹਿੰਦੇ ਨੇ ਬੜੀ ਮਿੱਠੀ ਆਵਾਜ਼ ਵਿੱਚ, ਅਤੇ ਸਾਰੇ ਜੋ ਉਸ ਪੀਰ ਦੇ ਕੋਲ ਬੈਠੇ ਹੋਏ ਜੋ ਤੇ ਸ਼ਰਧਾਲੂ ਸਨ, ਉਹਨਾਂ ਦੇ ਸੇਵਾਦਾਰ ਸਨ ਜਾਂ ਹੋਰ ਆਮ ਜਨਤਾ ਸੀ, ਉਹ ਸਾਰੇ ਉੱਧਰੋਂ ਖੜ੍ਹੇ ਹੋ ਕੇ ਸਤਿਗੁਰੂ ਜੀ ਵੱਲ ਆ ਗਏ ਨੇ। ਸਤਿਗੁਰੂ ਕੋਲ ਜਦੋਂ ਆਏ ਤਾਂ ਸਾਰੇ ਕੀਰਤਨ ਸੁਣ ਕੇ ਬੜੇ ਨਿਹਾਲ ਹੋਏ ਨੇ। ਬੜਾ ਉਹਨਾਂ ਨੂੰ ਆਨੰਦ ਮਿਲਿਆ ਹੈ, ਆਤਮਾ ਨੂੰ ਬੜੀ ਪ੍ਰੇਰਨਾ ਮਿਲੀ। ਅਤੇ ਜੋ ਪੀਰ ਸੀ ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਕਿ ਸਾਡੀ ਸਾਰੀ ਜੋ ਸੰਗਤ ਸੀ, ਸੇਵਾਦਾਰ ਸਨ, ਉਹ ਉੱਧਰ ਚਲੇ ਗਏ ਨੇ, ਗੁਰੂ ਕੋਲ ਆਏ ਨੇ। ਕਹਿਣ ਲੱਗੇ ਤੁਸੀਂ ਕੌਣ ਹੋ? ਸਤਿਗੁਰੂ ਜੀ ਦਾ ਜੋ ਬਾਣਾ ਸੀ, ਹੱਥ ਵਿੱਚ ਉਹਨਾਂ ਨੇ ਡੰਡਾ ਫੜਿਆ ਹੋਇਆ ਸੀ, ਮੱਥੇ 'ਤੇ ਤਿਲਕ ਲਾਇਆ ਹੋਇਆ ਸੀ, ਅਤੇ ਕੱਪੜਿਆਂ ਜੋ ਸਨ, ਨਾ ਦੇਖ ਕੇ ਕੱਪੜਿਆਂ ਤੋਂ ਇਹ ਮਹਿਸੂਸ ਹੁੰਦਾ ਸੀ ਹਿੰਦੂ ਨੇ ਅਤੇ ਨਾ ਕੋਈ ਮੁਸਲਮਾਨ ਨੇ। ਸਭ ਹੈਰਾਨ। ਕਹਿਣ ਲੱਗੇ ਤੁਸੀਂ ਕੌਣ ਹੋ? ਕਹਿਣ ਲੱਗੇ ਅਸੀਂ ਪਰਮਾਤਮਾ ਖੁਦਾ ਦੇ ਬੰਦੇ ਹਾਂ, ਹੋਰ ਕੁਛ ਵੀ ਨਹੀਂ ਹਾਂ। ਸਤਿਗੁਰੂ ਜੀ ਨੇ ਜਵਾਬ ਦਿੱਤਾ ਹੈ। ਕਹਿਣ ਲੱਗੇ ਫਿਰ ਤੁਸੀਂ ਇਸ ਧਰਤੀ 'ਤੇ ਆ ਕੇ ਸਾਡੀ ਸੰਗਤ ਨੂੰ ਆਪਣੇ ਵੱਲ ਖਿੱਚ ਲਿਆ ਹੈ, ਸਾਡੇ ਗੁਰੂ ਦਾ ਪਤਾ ਹੈ? ਜੇ ਅਸੀਂ ਆਪਣੇ ਗੁਰੂ ਨੂੰ ਦੱਸ ਦੇਈਏ, ਅਬਦੁਲ ਨਾਮ ਦਾ ਸੀ ਜੋ ਉਹਨਾਂ ਦਾ ਗੁਰੂ ਸੀ, ਉਹ ਕਹਿਣ ਲੱਗੇ ਉਹ ਸਾਡਾ ਜੋ ਗੁਰੂ ਹੈ, ਉਹਦੇ ਕੋਈ ਬੜੀਆਂ ਕਰਮਾਤਾਂ ਨੇ, ਉਹ ਕਰਮਾਤਾਂ ਦੇ ਨਾਲ
ਤੁਹਾਨੂੰ ਸਾੜ ਦੇਗਾ, ਤੁਹਾਨੂੰ ਖਤਮ ਕਰ ਦੇਗਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਕਰਮ ਮਾਤਾਂ 'ਤੇ ਹੰਕਾਰ ਨਹੀਂ ਕਰੀਦਾ। ਕਹਿਣ ਲੱਗੇ, ਨਹੀਂ, ਸਾਡੇ ਗੁਰੂ 'ਚ ਬਹੁਤ ਵੱਡੀ ਤਾਕਤ ਹੈ। ਫਿਰ ਉਸ ਨੂੰ ਬੁਲਾਇਆ ਗਿਆ। ਸਤਿਗੁਰੂ ਜੀ ਦੇ ਸਾਹਮਣੇ ਕ੍ਰੋਧ 'ਚ ਆਇਆ। ਕਹਿਣ ਲੱਗਿਆ, ਸਾਡੇ ਕੋਲ ਇਸ ਜਗ੍ਹਾ 'ਤੇ ਕੋਈ ਸੰਤ ਮਹਾਤਮਾ ਨਹੀਂ ਟਿਕ ਸਕਿਆ। ਤੁਸੀਂ ਕੌਣ ਹੋ? ਅਸੀਂ ਆਪਣੀ ਕਰਮ ਮਾਤਾ ਦਿਖਾਵਾਂਗੇ ਅਤੇ ਤੁਹਾਨੂੰ ਅਸੀਂ ਹਰਾ ਦੇਵਾਂਗੇ। ਸਤਿਗੁਰੂ ਕਹਿਣ ਲੱਗੇ, ਭਾਈ ਖੁੱਲ੍ਹੇ ਮੈਦਾਨ 'ਚ ਚਲੋ, ਸਾਰੀ ਸੰਗਤ ਦੇਖੇਗੀ, ਤੁਸੀਂ ਉੱਥੇ ਆਪਣੀ ਕਰਮ ਮਾਤਾ ਦਿਖਾਣਾ, ਕਿਉਂਕਿ ਜੋ ਜਗਤ ਦਾ ਦਾਤਾ ਹੈ, ਜਗਤ ਨੂੰ ਸੱਚ ਦੇ ਰਸਤੇ ਨੂੰ ਦਿਖਾਉਣ ਵਾਸਤੇ ਆਇਆ ਹੈ। ਅੱਜ ਉਸ ਦੇ ਉੱਤੇ ਇਹ ਕਰਮ ਮਾਤਾ ਜਿਸ ਕਰ ਜਾਂਦੀਆਂ ਅਤੇ ਫਿਰ ਸਤਿਗੁਰੂ ਜੀ ਦਾ ਸੰਸਾਰ ਨੂੰ ਗਿਆਨ ਦੇਣਾ ਸਭ ਲੋਕਾਂ ਨੇ ਝੂਠਾ ਮੰਨ ਲੈਣਾ ਸੀ। ਜਦੋਂ ਸਤਿਗੁਰੂ ਜੀ ਨੇ ਕਿਹਾ, ਭਾਈ ਆਪਣੀ ਕਰਮ ਮਾਤ ਦਿਖਾਓ, ਜੋ ਅਬਦੁਲ ਨਾਮ ਦਾ ਪੀਰ ਸੀ ਕਹਿਣ ਲੱਗਿਆ, ਆਸਮਾਨ ਤੋਂ ਘੋੜੇ ਆਉਣਗੇ, ਥੱਲੇ ਉਤਰਨਗੇ, ਫਿਰ ਵਾਪਸ ਜਾਣਗੇ, ਆਸਮਾਨ ਦਿਖਾਈ ਨਹੀਂ ਦੇਣਗੇ। ਇਤਨੀ ਵੱਡੀ ਕਰਮ ਮਾਤ ਮੇਰੇ ਕੋਲ ਹੈ। ਸਤਿਗੁਰੂ ਕਹਿਣ ਲੱਗੇ, ਦਿਖਾਓ। ਸਤਿਗੁਰੂ ਜੀ ਬੈਠ ਗਏ ਨੇ। ਉਹਨੇ ਆਪਣੇ ਕਲਾਮ ਸੀ ਜੋ ਵੀ ਪੜ੍ਹੇ ਨੇ, ਮੰਤਰ ਸੀ, ਜੰਤਰ ਸੀ, ਕੋਈ ਵੀ ਸੀ, ਜੋ 1 ਘੰਟਾ ਹੋ ਗਿਆ ਪੜ੍ਹਦੇ ਆ ਰਿਹਾ। ਸਤਿਗੁਰੂ ਜੀ ਨੇ ਆਸਮਾਨ ਵੱਲ ਦੇਖਿਆ ਅਤੇ ਨਜ਼ਰਾਂ ਥੱਲੇ ਕੱਢਣੀਆਂ ਸਤਿਗੁਰੂ ਜੀ ਨੇ। ਕੋਈ ਘੋੜੇ ਨਹੀਂ ਆਏ, ਕੋਈ ਕੁਛ ਨਹੀਂ ਆਏ। ਬੜੀਆਂ ਤਾਕਤਾਂ ਜਮਾ ਰਹੀਆਂ ਪੀਰਾਂ ਨੇ। ਸਾਰੇ ਯਤਨ ਸੀ ਜੋ ਉਤਨੇ ਕੀਤੇ ਨੇ, ਪਰ ਇੱਕ ਵੀ ਉਹਨਾਂ ਦੀ ਕਰਮ ਮਾਤ ਨਹੀਂ ਦਿਖੀ। ਸਤਿਗੁਰੂ ਕਹਿਣ ਲੱਗੇ, ਭਾਈ ਕੀ ਹੋ ਗਿਆ? ਕਹਿਣ ਲੱਗੇ, ਪਤਾ ਨਹੀਂ ਕੀ ਹੋ ਗਿਆ ਹੈ, ਸਾਡੀ ਕਰਮ ਮਾਤ ਕੰਮ ਨਹੀਂ ਕਰ ਰਹੀ। ਸਤਿਗੁਰੂ ਕਹਿਣ ਲੱਗੇ, ਭਾਈ ਇਹ ਦਾਤਾਂ ਜਿਸ ਨੂੰ ਮਿਲਦੀਆਂ ਨੇ ਉਹਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ, ਤੁਹਾਡੇ ਅੰਦਰ ਅਹੰਕਾਰ ਭਰਿਆ ਹੋਇਆ ਹੈ। ਕਹਿਣ ਲੱਗੇ, ਤੁਸੀਂ ਬਹੁਤ ਵੱਡੇ ਬਣ ਰਹੇ ਹੋ। ਜੇ ਤੁਹਾਨੂੰ ਇਤਨਾ ਹੀ ਆਪਣੇ ਪਰਮਾਤਮਾ ਅਤੇ ਪ੍ਰਭੂ 'ਤੇ ਭਰੋਸਾ ਹੈ ਅਤੇ ਸਾਡੇ ਨਾਲ ਤੁਸੀਂ 40 ਦਿਨ ਤੱਕ ਪਰਮਾਤਮਾ ਖੁਦਾ ਦੀ ਬੰਦਗੀ 'ਚ ਬੈਠੋ। ਸਤਿਗੁਰੂ ਜੀ ਨੇ ਇਹ ਚੁਣੌਤੀ ਸਵੀਕਾਰ ਕਰ ਲਈ। ਕਹਿਣ ਲੱਗੇ, ਠੀਕ ਹੈ, ਅਸੀਂ 40 ਦਿਨ ਤੁਹਾਡੇ ਨਾਲ ਬੈਠਾਂਗੇ ਪਰਮਾਤਮਾ ਦੀ ਯਾਦ ਵਿੱਚ। ਕਹਿੰਦੇ ਉਹ ਜੋ ਪੀਰ ਸਨ, ਉਹਨਾਂ ਨੇ ਰਿੱਧੀਆਂ ਸਿੱਧੀਆਂ ਦੇ ਨਾਲ ਕੁਛ ਕਰਮ ਮਾਤਾ ਉਹਨਾਂ ਦੇ ਕੋਲ ਸਨ। ਉਹ ਕਹਿਣ ਲੱਗੇ, ਅਸੀਂ ਤਾਂ ਆਪਣਾ ਭੋਜਨ ਖਾ ਲਿਆ ਕਰਾਂਗੇ ਅਤੇ ਇਹ ਗੁਰੂ ਨਾਨਕ ਦੇਵ ਜੀ ਜੋ ਨੇ, ਇਹਨਾਂ ਨੂੰ ਭੋਜਨ ਨਹੀਂ ਮਿਲੇਗਾ। ਇਹਨਾਂ ਦਾ ਸਰੀਰ ਆਪਣੇ ਆਪ ਹੀ ਛੱਡ ਜਾਏਗਾ ਸੰਸਾਰ ਨੂੰ। 40 ਦਿਨ ਤੱਕ ਬੈਠੇ ਨੇ। ਇੱਕ ਜੋ ਦਾ ਰੱਖੇ ਹੋਏ ਸਨ ਉਹਨਾਂ ਨੇ ਆਪਣੇ ਕੋਲ, ਤੋਂ ਪਾਣੀ ਪੀ ਲੈਂਦੇ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 40 ਦਿਨ ਤੱਕ ਨਾ ਭੋਜਨ ਖਾਧਾ ਹੈ ਅਤੇ ਨਾ ਹੀ ਕੋਈ ਜਲ ਪੀਤਾ ਹੈ। ਪਰਮਾਤਮਾ ਦੀ ਯਾਦ 'ਚ ਐਸੇ ਬੈਠੇ ਨੇ ਅਤੇ 40 ਦਿਨ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਹੋ ਗਏ ਨੇ। ਹੁਣ ਉਹ ਜੋ ਪੀਰ ਸਨ ਉਹ ਸੋਚ ਰਹੇ ਸਨ, 5 ਪੀਰ ਸਨ ਜੋ ਨਾਲ ਬੈਠੇ ਸੀ ਸਤਿਗੁਰੂ ਜੀ ਦੇ, ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਆਪਣੇ ਆਪ ਹੀ ਛੀਣ ਹੋ ਗਿਆ ਹੋਏਗਾ। 40 ਦਿਨ ਬਾਅਦ ਜਦੋਂ ਬਾਹਰ ਆਏ ਨੇ, ਸਤਿਗੁਰੂ ਜੀ ਦਾ ਚਿਹਰਾ ਬੜਾ ਸੁੰਦਰ ਸੀ, ਚਿਹਰੇ 'ਤੇ ਬੜਾ ਨੂਰ ਸੀ ਅਤੇ ਕੋਈ ਕਿਸੇ ਤਰ੍ਹਾਂ ਦੀ ਸਰੀਰ ਨੂੰ ਪਰੇਸ਼ਾਨੀ ਨਹੀਂ ਹੋਈ। ਅਤੇ ਜੋ ਉਹ ਪੀਰ ਸਨ ਉਹਨਾਂ ਦੇ ਸਰੀਰ ਸਨ ਦੁਬਲੇ ਪਤਲੇ ਹੋ ਗਏ, ਕਿਉਂਕਿ ਪੂਰਾ ਭੋਜਨ ਨਹੀਂ ਖਾਧਾ। ਅਤੇ ਜਦੋਂ ਬਾਹਰ ਆਏ ਨੇ, ਸਤਿਗੁਰੂ ਜੀ ਨੂੰ ਦੇਖਿਆ। ਸਤਿਗੁਰੂ ਕਹਿਣ ਲੱਗੇ, ਭਾਈ ਪੀਰ ਜਨੋ, ਤੁਸੀਂ ਸਾਰੇ 40 ਦਿਨ ਪਰਮਾਤਮਾ ਦੀ ਯਾਦ ਬੈਠੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਕਿਉਂ ਹੋ ਗਿਆ ਹੈ? ਕਹਿਣ ਲੱਗੇ, ਮਹਾਰਾਜ ਭੁੱਖ ਦੇ ਕਰਕੇ। ਫਿਰ ਸਤਿਗੁਰੂ ਕਹਿਣ ਲੱਗੇ, ਜੋ ਇਹ ਭੁੱਖ ਕਰਕੇ ਤੁਹਾਡਾ ਧਿਆਨ ਭੁੱਖ ਵੱਲ ਰਿਹਾ ਹੈ, ਪਰਮਾਤਮਾ ਦੀ ਯਾਦ ਵਿੱਚ ਨਹੀਂ ਰਿਹਾ। ਅਸੀਂ ਬੈਠੇ ਹਾਂ ਪਰਮਾਤਮਾ ਦੀ ਯਾਦ ਵਿੱਚ, ਨਾ ਸਾਨੂੰ ਭੁੱਖ ਲੱਗੀ ਹੈ ਅਤੇ ਨਾ ਹੀ ਸਾਨੂੰ ਪਿਆਸ ਲੱਗੀ ਹੈ। ਜਿਸ ਦਿਨ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਜੁੜ ਜਾਏਗਾ, ਉਹ ਦਿਨ ਮਨੁੱਖ ਭੁੱਖ ਅਤੇ ਪਿਆਸ ਨੂੰ ਮਹਿਸੂਸ ਨਹੀਂ ਕਰੇਗਾ। ਭੁੱਖ ਲੱਗਦੀ ਹੈ, ਸਰੀਰ ਜ਼ਰੂਰੀ ਹੈ, ਪਰ ਜਿਸ ਵਕਤ ਜੀਵ ਪਰਮਾਤਮਾ ਜੁੜ ਜਾਏਗਾ, ਉਸ ਸਮੇਂ ਤੱਕ ਭੁੱਖ ਉਸ ਦੇ ਨੇੜੇ ਨਹੀਂ ਆਉਂਦੀ, ਪਿਆਸ ਉਸਨੂੰ ਲੱਗਦੀ ਨਹੀਂ। ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਪਰਮਾਤਮਾ ਦੀ ਖੁਦਾ ਦੀ ਬੰਦਗੀ ਕਰਦੇ ਹੋਏ ਤੁਸੀਂ ਭੋਜਨ ਵੱਲ ਅਤੇ ਜਲ ਵੱਲ ਧਿਆਨ ਰੱਖਿਆ ਹੈ। ਅਸੀਂ ਉਸ ਪਰਮਾਤਮਾ ਦੀ ਯਾਦ 'ਚ ਬੈਠੇ ਹਾਂ, ਇਸ ਵਾਸਤੇ ਸਾਨੂੰ ਕੁਛ ਵੀ ਨਹੀਂ ਹੋਇਆ। ਤੁਹਾਡੇ ਸਰੀਰ ਦੁਬਲੇ ਪਤਲੇ ਹੋ ਗਏ ਨੇ, ਕਿਉਂਕਿ ਤੁਹਾਨੂੰ ਚਿੰਤਾ ਸਤਾ ਰਹੀ ਸੀ ਕਿ ਅਸੀਂ ਭੁੱਖੇ ਹਾਂ, ਪਿਆਸੇ ਹਾਂ। ਕਿਸ ਦਿਨ 40 ਦਿਨ ਹੋਣ
ਅਸੀਂ ਪਾਰ ਜਾਈਏ, ਕਿਉਂਕਿ ਭੁੱਖੇ ਭਗਤ ਨਾ ਹੋਏ ਗੋਪਾਲਾ, ਭੁੱਖਿਆਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਇਸ ਵਾਸਤੇ ਸਾਨੂੰ ਪਹਿਲੇ ਪੰਗਤ ਅਤੇ ਫਿਰ ਸੰਗਤ ਵਿੱਚ ਬਿਠਾਇਆ ਹੈ ਕਿ ਮਨੁੱਖ ਦਾ ਪੇਟ ਭਰਿਆ ਹੋਏਗਾ ਭੋਜਨ ਨਾਲ ਅਤੇ ਮਨੁੱਖ ਪਰਮਾਤਮਾ ਦੀ ਗੱਲ ਵੀ ਸੁਣੇਗਾ। ਜੇ ਭੁੱਖਾ ਹੋਏਗਾ, ਪਿਆਸਾ ਹੋਏਗਾ ਅਤੇ ਮਨੁੱਖ ਕਿਤਨੀ ਵੀ ਗਿਆਨ ਦੀ ਗੱਲ ਕੋਈ ਦੱਸੇ, ਉਹ ਉਸ ਨੂੰ ਮਨ ਕਰਕੇ ਸੁਣ ਨਹੀਂ ਪਾਏਗਾ। ਕਹਿੰਦੇ ਜੋ 5 ਪੀਰ ਸੀ ਸਤਿਗੁਰੂ ਜੀ ਦੇ ਚਰਨਾਂ 'ਤੇ ਰਹਿ ਪਏ ਨੇ, ਕਹਿਣ ਲੱਗੇ ਮਹਾਰਾਜ ਤੁਸੀਂ ਜਿੱਤ ਗਏ, ਅਸੀਂ ਹਾਰ ਗਏ। ਸਤਿਗੁਰੂ ਕਹਿਣ ਲੱਗੇ ਅਸੀਂ ਜਿੱਤਣ ਹਾਰਨ ਵਾਸਤੇ ਨਹੀਂ ਆਏ ਹਾਂ, ਅਸੀਂ ਸੱਚ ਦੀ ਰਾਹ ਦਿਖਾਉਣ ਵਾਸਤੇ ਆਏ ਹਾਂ ਕਿ ਜੇਕਰ ਸਾਨੂੰ ਕੋਈ ਸ਼ਕਤੀ ਮਿਲੇ ਅਤੇ ਉਸ ਸ਼ਕਤੀ ਦੇ ਨਾਲ ਅਸੀਂ ਸੰਸਾਰ ਦਾ ਬੁਰਾ ਨਹੀਂ ਕਰਨਾ, ਹਿਰਦੇ 'ਚ ਹੰਕਾਰ ਨਹੀਂ ਆਉਣ ਦੇਣਾ। ਜੇ ਹੰਕਾਰ ਆ ਗਿਆ ਤਾਂ ਫਿਰ ਸਾਡਾ ਜੀਵਨ ਵਿੱਚ ਚਲਾ ਜਾਏਗਾ। ਇਸ ਵਾਸਤੇ ਜੇ ਰਿੱਧੀਆਂ ਸਿੱਧੀਆਂ ਕਲਮਾਂ ਧੰਮਦੀਆਂ ਨੇ ਅਤੇ ਇਸ ਦੇ ਨਾਲ ਲੋਕਾਂ ਦਾ ਭਲਾ ਕਰੋ, ਲੋਕਾਂ ਦੀ ਮਨੁੱਖਤਾ ਦੀ ਸਹਾਇਤਾ ਕਰੋ, ਮਨੁੱਖਾਂ ਨੂੰ ਪਰਮਾਤਮਾ ਦੇ ਨਾਲ ਜੋੜੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਫੁੱਲ ਸਵੀਕਾਰ ਕੀਤੀ। ਕਹਿਣ ਲੱਗੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਆਪ ਖੁਦਾ ਹੋ, ਖੁਦਾ ਦੇ ਰੂਪ ਹੋ, ਨਿਰੰਕਾਰ ਦੇ ਰੂਪ ਹੋ। ਅਸੀਂ ਭੁੱਲ ਕੀਤੀ ਹੈ ਕਿ ਤੁਹਾਡੇ ਉੱਤੇ ਕਰਮ ਮਾਤਾ ਚਲਾ ਰਹੇ ਸੀ। ਜੋ ਸਾਰੇ ਜਗਤ ਨੂੰ ਕਰਮ ਮਾਤਾ ਦੇਣ ਵਾਲਾ ਹੈ, ਉਹਦੇ ਉੱਤੇ ਕਰਮ ਮਾਤਾ ਕਿਸ ਤਰ੍ਹਾਂ ਚੱਲ ਸਕਦੀ ਹੈ। ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਸਤਿਗੁਰੂ ਜੀ ਉੱਥੋਂ ਚਲੇ ਗਏ ਨੇ। ਸਤਿਗੁਰੂ ਜੀ ਦਾ ਫਰਮਾਨ ਹੈ ਕਿ ਹੇ ਜੀਵ, ਪਰਮਾਤਮਾ ਦੇ ਨਾਮ ਤੋਂ ਅਤੇ ਗੁਰੂ ਤੋਂ ਬਿਨਾਂ ਜੀਵਨ ਬੁਰਾ, ਬਿਨ ਸਤਿਗੁਰੂ ਸੇਵੇ ਜਗਤ ਮੁਆ, ਮਿਰਥਾ ਜਨਮ ਗਵਾਏ, ਦੂਜੇ ਭਾਏ ਤੁਖ ਲਗਾ, ਮਰ ਜੰਮੇ ਆਵੇ ਜਾਏ। ਪਰਮਾਤਮਾ ਦੇ ਨਾਮ ਤੋਂ ਨਾਲ ਜਿਤਨੇ ਵੀ ਸੰਸਾਰ ਦੇ ਕਾਰਜ ਨੇ, ਉਹ ਸਾਰੇ ਕਾਰਜ ਸਾਡੇ ਜੀਵਨ ਨੂੰ ਚਲਾਉਣ ਵਾਸਤੇ ਤਾਂ ਹੋ ਸਕਦੇ ਨੇ, ਪਰ ਸਾਡਾ ਜੀਵਨ ਸਫਲ ਨਹੀਂ ਕਰ ਸਕਦੇ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਹੇ ਜੀਵ, ਪਰਮਾਤਮਾ ਦੇ ਚਰਨਾਂ ਨੂੰ ਪ੍ਰੇਮ ਕਰ ਮਨ ਕਰਕੇ, ਅਤੇ ਦੂਜੇ ਭਾਏ ਸੰਸਾਰ ਵਿੱਚ ਜਿਤਨੇ ਵੀ ਕਰਮ ਨੇ ਇਹਨਾਂ ਨੂੰ ਕਰਨਾ ਹੈ, ਪਰ ਕਰਦੇ ਹੋਏ ਪਰਮਾਤਮਾ ਦੀ ਯਾਦ ਹੋਏ। ਅਤੇ ਫਿਰ ਸਤਿਗੁਰੂ ਨੇ ਹੇ ਜੀਵ, ਨਾਨਕ ਨਾਮੇ ਜਮ ਮਾਰਸੀ, ਨਾਨਕ ਬਿਨ ਨਾਵੇਂ ਜਮ ਮਾਰਸੀ, ਅੰਤ ਗਿਆ ਪਛਤਾਏ। ਬਿਨਾਂ ਪਰਮਾਤਮਾ ਦੇ ਨਾਮ ਤੋਂ, ਸੇਵਾ ਤੋਂ, ਸਿਮਰਨ ਤੋਂ ਫਿਰ ਸਾਡਾ ਜੀਵਨ ਫਿਰ ਚਲਾ ਜਾਏਗਾ। ਪੀਰਾਂ ਨੂੰ ਸਮਝ ਆ ਗਈ ਕਿ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ ਪ੍ਰਭੂ ਦੀ ਪ੍ਰਾਪਤੀ ਵਾਸਤੇ, ਨਾ ਕਿ ਸੰਸਾਰ ਦੇ ਜੀਵਾਂ ਨੂੰ ਖੁਸ਼ ਕਰਨ ਵਾਸਤੇ। ਉਹ ਕਰਮਾਤਾ ਦਿਖਾਉਂਦੇ ਸਨ ਅਤੇ ਬਹੁਤ ਸਾਰੇ ਉਹਨਾਂ ਦੇ ਤੋਂ ਉਸ ਜਗ੍ਹਾ 'ਤੇ ਸੰਗਤ ਭੀੜ ਆਉਂਦੀ ਸੀ, ਬੜੇ ਖੁਸ਼ ਹੁੰਦੇ ਸਨ ਕਿ ਅਸੀਂ ਇਤਨੇ ਕਰਾਮਾਤੀ ਹਾਂ ਕਿ ਲੋਕ ਸਾਨੂੰ ਨਮਸਕਾਰ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਨਮਸਕਾਰ ਕੀਤੀ, ਮਨ ਦੇ ਸਾਰੇ ਅੰਧੇਰੇ ਦੂਰ ਹੋ ਗਏ। ਸਤਿਗੁਰੂ ਜੀ ਨੇ ਸਿੱਧੇ ਰਾਹ ਪਾ ਦਿੱਤਾ। ਯਤਨ ਕਰਨਾ ਹੈ ਆਪਾਂ ਨੇ, ਜੇ ਅਸੀਂ ਗੁਰੂ ਦਾ ਸ਼ਬਦ ਦੀ ਕਮਾਈ ਕਰਦੇ ਹਾਂ, ਸੇਵਾ ਕਰਦੇ ਹਾਂ, ਕੋਈ ਸਾਨੂੰ ਤਾਕਤ ਮਿਲੇ, ਸ਼ਕਤੀ ਮਿਲੇ, ਅਤੇ ਅਸੀਂ ਉਸ ਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਕਿ ਹੇ ਪ੍ਰਭੂ ਤੇਰੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੋਈ ਹੈ। ਅਤੇ ਉਸ ਕਰਮਾਤ ਜਾਂ ਸ਼ਕਤੀ ਜਾਂ ਦਾਤ ਦੇ ਨਾਲ ਜੀਵਾਂ ਦਾ ਭਲਾ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਉਦਾਸੀਆਂ ਧਾਰੀਆਂ। ਜਿੱਥੇ ਜਿੱਥੇ ਵੀ ਗਏ ਸਤਿਗੁਰੂ ਜੀ, ਜਿੱਥੇ ਜਿੱਥੇ ਭੁੱਲੇ ਹੋਏ ਮਨੁੱਖ ਸਨ, ਉਹਨਾਂ ਨੂੰ ਸਿੱਧੇ ਰਸਤੇ ਪਾ ਦਿੱਤਾ। ਯਤਨ ਕਰਨਾ ਹੈ ਆਪਾਂ ਨੇ ਵੀ ਕਿ ਸਤਿਗੁਰੂ ਸਾਡੇ 'ਤੇ ਕਿਰਪਾ ਕਰਨ ਅਤੇ ਸਾਡਾ ਵੀ ਜੋ ਜਨਮ ਹੈ ਇਹ ਸਫਲ ਹੋ ਜਾਏ। ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਆ ਕੇ ਜੁੜੇ। ਵਾਹਿਗੁਰੂ ਜੀ ਆਪ 'ਤੇ ਕਿਰਪਾ ਕਰਨ ਅਤੇ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਆਪ ਜੀ ਦੀ ਪ੍ਰੀਤ ਬਣੀ ਰਹੇ। ਦਾਸ ਗੁਰੂ ਦੀ ਬਾਣੀ ਉਸ ਤੋਂ ਵਡਿਆਈਆਂ ਕਰਦੇ ਹਾਂ। ਅਨੇਕਾਂ ਭੁੱਲਾਂ ਹੋਈਆਂ ਨੇ ਗੁਰੂ ਅਤੇ ਗੁਰੂ ਦੀ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।